ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਗੋਦ 'ਚ ਬੈਠੇ ਵਡਭਾਗੀਓ, ਮਾਲਕ ਦੀ ਉੱਚੀ ਬਖਸ਼ਿਸ਼ ਤੇ ਸਤਿਗੁਰੂ ਜੀ ਪਹਿਲੇ ਪਾਤਸ਼ਾਹ ਮਾਨਸ ਜਨਮ ਨੂੰ ਸਮਝਾ ਰਹੇ ਨੇ। 1126 ਨੰਬਰ ਅੰਗ ਦੇ ਉੱਤੇ ਭੈਰੋ ਮਹੱਲਾ ਪਹਿਲਾ। ਪਹਿਲੇ ਗੁਰੂ ਪਿਤਾ ਜੀ ਸਗਲੀ ਰੈਨ ਸੋਵਤ ਗਲ ਫਾਈ, ਦਿਨ ਸਜੰਜਾਲ ਗਵਾਇਆ, ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ, ਜਿਨੇ ਜਗਤ ਉਪਾਇਆ। ਹੇ ਮਾਨਸ ਜਨਮ ਦੇ ਚਤਰ ਸਿਆਣੇ ਜੀਵ, ਸਗਲੀ ਰੈਨ। ਵੇਖੋ ਗੁਰਮੁਖੋ, ਜਿੰਨੀ ਵੀ ਉਮਰ ਮਾਲਕ ਨੇ ਦਿੱਤੀ ਆ, ਮੋਟੇ ਜਿਹੇ ਅੰਦਾਜ਼ੇ ਦੇ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਅੱਧੀ ਉਮਰ ਸਾਡੀ ਸੌਂ ਕੇ ਹੀ ਬੀਤ ਜਾਂਦੀ ਹੈ। ਠੀਕ ਹੈ, ਮੋਟੇ ਜਿਹੇ ਅੰਦਾਜ਼ੇ ਦੇ ਨਾਲ ਅੱਧੀ ਬਚੀ ਤੇ ਅੱਧੀ ਦੇ ਵਿੱਚ ਖਲਾਰਾ ਕਿੰਨਾ ਕੁ। ਇਹੀ ਗੱਲ ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਰਾਤ ਨੂੰ ਤੇ ਕਦੀ ਤੂੰ ਜਾਗਿਆ ਹੀ ਨਹੀਂ ਜੀਵ, ਸਗਲੀ ਰਹਿਣ। ਸਾਰੀ ਜ਼ਿੰਦਗੀ ਤੇਰੀ ਜਿਹੜੀ ਰਾਤ ਸੀ ਨਾ, ਸੋਵਤ ਸੁੱਤਾ ਰਿਹਾ, ਗਲ ਫਾਈ, ਗਲ 'ਚ ਤੇਰੇ ਫਾਈ ਪਈ 84 ਲੱਖ ਜੂਨਾਂ ਦੀ, ਮੌਤ ਦੀ। ਕਾਲ ਤੇਰੇ ਉੱਤੇ ਬੈਠਾ, ਤੈਨੂੰ ਚੇਤਾ ਹੀ ਨਹੀਂ। ਦਿਨ ਸਜੰਜਾਲ ਗਵਾਇਆ, ਕਹਿੰਦੇ ਦਿਨੇ ਤੂੰ ਬੰਧਨਾਂ ਦੇ ਵਿੱਚ ਆ ਇੰਨਾ ਕੁ ਜ਼ਿਆਦਾ ਕਿ ਦਿਨ ਇਹਨਾਂ ਬੰਧਨਾਂ ਦੇ ਵਿੱਚ ਜੰਜਾਲਾਂ 'ਚ ਹੀ ਤੇਰਾ ਬੀਤ ਗਈ ਸਾਰੀ ਜ਼ਿੰਦਗੀ। ਅਤੇ ਗੁਰਮੁਖੋ ਤੁਸੀਂ ਦੇਖਦੇ ਹੀ ਹੋ, ਸਵੇਰੇ ਉੱਠਦਿਆਂ ਹੀ ਬੰਧਨਾਂ ਦੇ ਚੇਤੇ, ਖਲਾਰੇ ਦਾ ਚੇਤਾ, ਇੱਧਰ ਕਰਨਾ ਉੱਧਰ ਜਾਣਾ। ਅਤੇ ਗੁਰਮੁਖੋ ਇਹ ਸਾਰਾ ਕੁਝ ਹੀ ਫਜ਼ੂਲ ਆ। ਮਾਨਸ ਜਨਮ ਆਇਆ ਹੀ ਭਗਤੀ ਲਈ ਆ। ਜਿੱਥੇ ਵੀ ਮਾਲਕ ਨੇ ਦਾਤ ਦੇ ਦਿੱਤੀ ਗਿਆਨ ਦੀ, ਸੱਚੀ ਸੰਗਤ ਦੀ, ਬਸ ਉਸ ਜਗ੍ਹਾ ਦੇ ਉੱਤੇ ਬੜੀ ਹੀ ਜਲਦੀ ਦੇ ਨਾਲ ਇਹਨਾਂ ਧੰਦਿਆਂ ਨੂੰ ਛੱਡਣਾ ਹੁੰਦਾ। ਬੜੀ ਸਪੀਡ ਦੇ ਨਾਲ ਪਤਾ ਲੱਗ ਗਿਆ ਕਿ ਜਿਸ ਕੰਮ ਲਈ ਆਏ ਸਾਂ, ਜਿਸ ਤਰ੍ਹਾਂ ਕਿ ਕਿਸੇ ਦੁਕਾਨ ਦੇ ਉੱਤੇ ਜਾਓ ਤੇ ਭੁੱਲ ਜਾਓ ਕਿ ਲੈਣਾ ਕੀ ਸੀ, ਚਾਣ ਚੱਕ ਹੀ ਯਾਦ ਆ ਜੇ ਤੇ ਜੀ ਕਹਿੰਦਾ ਵੀ ਇਹ ਹੁਣ ਯਾਦ ਆ ਗਿਆ, ਜਲਦੀ ਜਲਦੀ ਮੈਨੂੰ ਇਹ ਚੀਜ਼ ਦੇ ਦੇ, ਫੇਰ ਕੋਈ ਗੱਲ ਕਰਾਂਗੇ। ਤੇ ਮਾਲਕ ਨੇ ਤੁਹਾਨੂੰ ਯਾਦ ਦਿਵਾਤਾ ਸੱਚੀ ਸੰਗਤ 'ਚ। ਹੇ ਮਾਨਸ ਜਨਮ ਦੇ ਜੀਓ, ਤੁਸੀਂ ਆਏ ਹੀ ਭਗਤੀ ਲਈਓ, ਤੁਸੀਂ ਆਏ ਹੀ ਵਾਹਿਗੁਰੂ ਵਾਹਿਗੁਰੂ ਬੋਲਣ ਲਈਓ। ਤੁਹਾਨੂੰ ਸੋਚਣਾ ਹੀ ਨਹੀਂ ਚਾਹੀਦਾ ਕਿ ਦੁਨੀਆ ਨਹੀਂ ਬੋਲਦੀ, ਧਰਮ 'ਚ ਨਹੀਂ ਬੋਲਦੇ, ਗੁਰਦੁਆਰੇ ਨਹੀਂ ਬੋਲਦੇ, ਅਤੇ ਰਾਤ ਦਿਨੇ ਫਿਰ ਇਹੀ ਬੋਲਣਾ ਹੁੰਦਾ ਗੁਰਮੁਖੋ, ਕਿਉਂਕਿ ਸਾਨੂੰ ਮਾਲਕ ਨੇ ਗਿਆਨ ਦੇ ਦਿੱਤਾ। ਅਤੇ ਦਿਨ ਦੇ ਜਿਹੜੇ ਸਤਿਗੁਰੂ ਜੀ ਕਹਿੰਦੇ ਕਿ ਤੇਰੀ ਜੀਵਨ ਬੀਤ ਗਿਆ ਜੰਜਾਲਾਂ 'ਚ, ਇਹਦੇ ਤੋਂ ਮੁਕਤ ਹੋਣਾ ਹੁੰਦਾ ਬੜੀ ਜਲਦੀ। ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ, ਜਿਨ ਇਹ ਜਗਤ ਉਪਾਇਆ। ਖਿਨ ਪਲ ਵੀ ਉਸ ਮਾਲਕ ਨੂੰ ਯਾਦ ਨਹੀਂ ਜੀਵ ਤੂੰ ਕੀਤਾ, ਘੜੀ ਵੀ ਬਹੁਤ ਥੋੜ੍ਹਾ ਸਮਾਂ, ਜਿਹਦੇ ਆਸਰੇ ਸੰਸਾਰ ਖੜਾ ਆ, ਜੋ ਸਾਡਾ ਜੀਵਨ ਦਾਤਾ ਆ, ਸਵਾਸ ਦੇ ਰਿਹਾ, ਇਹ ਸਰੀਰ ਨੂੰ ਬਲ, ਸਭ ਕੁਝ ਸਰੀਰ ਨੂੰ ਉਸੇ ਦਾ ਹੀ ਆ, ਜੀਅ ਦਾ ਕੁਝ ਨਹੀਂ ਹੈਗਾ। ਮਨ ਰੇ ਕਿਉਂ ਛੁੱਟਸ ਦੁੱਖ ਭਾਰੀ, ਹੇ ਮਨਾ ਇਸ ਭਾਰੀ ਦੁੱਖ 84 ਲੱਖ ਜੂਨਾਂ 'ਚੋਂ ਕਿਵੇਂ ਛੁੱਟੇਗਾ। ਕਦੀ ਵਿਚਾਰਿਆ ਹੀ ਨਹੀਂ, ਛੁੱਟਣ ਦੀ ਗੱਲ ਆਈ ਨਹੀਂ। ਦੇਖੋ ਗੁਰਮੁਖੋ, ਤੁਸੀਂ ਦੇਖ ਹੀ ਰਹੇ ਹੋ ਬੜੇ ਮੋਟੇ ਜਿਹੇ ਅੰਦਾਜ਼ੇ ਦੇ ਨਾਲ ਕੀ ਹੈ ਸਾਡਾ ਜੀਵਨ। ਬਚਪਨ, ਮਾਂ ਬਾਪ ਨੇ ਇੱਕ ਹੀ ਗੱਲ ਦੱਸੀ, ਸਕੂਲ ਜਾਓ, ਪੜ੍ਹ ਕੇ ਤਲੀਮ ਹਾਸਲ ਕਰੋ। ਜੇ ਤਲੀਮ ਹਾਸਲ ਨਹੀਂ ਕਰਦੇ ਤਾਂ ਤੁਸੀਂ ਪਸ਼ੂ ਹੋ। ਅਤੇ ਗੁਰਮੁਖੋ ਤਲੀਮ ਹਾਸਲ ਕਰਕੇ ਵੀ ਪਸ਼ੂ ਹੀ ਰਹੇ ਜੇ ਮਾਲਕ ਨੂੰ ਨਹੀਂ ਜਾਣਿਆ। ਅਤੇ ਜੇ ਪੜ੍ਹਾਈ ਅਸੀਂ ਸਿੱਖ ਵੀ ਲਈ ਤਾਂ ਉਹਦਾ ਫਾਇਦਾ ਕੀ ਹੋਇਆ, ਕਿਉਂਕਿ ਸਤਿਗੁਰੂ ਜੀ ਨੇ ਤਾਂ ਕਹਿ ਦਿੱਤਾ, ਪਹਿਲੇ ਪਾਤਸ਼ਾਹ ਜੀ ਨੇ ਵੀ ਠੀਕ ਆ, ਵਿੱਦਿਆ ਪੜ੍ਹਨੀ ਚਾਹੀਦੀ ਆ, ਵਿੱਦਿਆ ਵਿਚਾਰੀ ਪਰ ਉਪਕਾਰੀ। ਭਗਤ ਕਬੀਰ ਜੀ ਨੇ ਵੀ ਕਹਿ ਦਿੱਤਾ, ਹਾਂ ਵੀ ਵਿੱਦਿਆ ਪੜ੍ਹਨੀ ਚਾਹੀਦੀ ਓਨੀ ਕਿ ਜਿੰਨੀ ਕਿ ਦੀ ਜ਼ਰੂਰਤ ਆ। ਪਰ ਜੇ ਗੁਰਮੁਖੋ ਅਸੀਂ ਵਿੱਦਿਆ ਵੀ ਪੜ੍ਹ ਗਏ, ਧੰਦਿਆਂ ਦੇ ਵਿੱਚ ਉਸ ਮਕਸਦ ਨੂੰ ਭੁੱਲ ਹੀ ਗਏ ਜਿਸ ਮਕਸਦ ਲਈ ਆਏ ਆ, ਉਹ ਕਾਜ ਤੇ ਸਾਡਾ ਅਧੂਰਾ ਹੀ ਰਹਿ ਗਿਆ।
ਤੇ ਸਤਿਗੁਰੂ ਜੀ ਵੀ ਉਹੀ ਕਹਿ ਰਹੇ, ਮਨ ਰੇ ਕਿਉਂ ਛੁੱਟਸ ਦੁੱਖ ਭਾਰੀ। ਮਨਾ ਤੇਰੇ ਤੇ ਬੜਾ ਵੱਡਾ ਦੁੱਖ ਆ ਜੰਮਣ ਮਰਨ ਦਾ, ਤੂੰ ਕਦੀ ਵਿਚਾਰਿਆ ਹੀ ਨਹੀਂ ਇਸ ਭਾਰੀ ਦੁੱਖ ਚੋਂ ਛੁੱਟੇਗਾ ਕਿਵੇਂ। ਤੇ ਜੀ ਕਹਿੰਦੇ ਕੰਮ ਧੰਦਾ ਹੀ ਬੜਾ, ਕੀ ਕਰੀਏ, ਸਮਾਂ ਹੀ ਨਹੀਂ ਮਿਲਦਾ। ਤੇ ਪਿਤਾ ਜੀ ਕਹਿੰਦੇ ਕਿਆ ਲੈ ਆਵਸ, ਭਲਾ ਯਾਦ ਕਰ ਹਾਂ ਜਦੋਂ ਜਨਮ ਲਿਆ ਸੀ ਕਿਹੜੀ ਚੀਜ਼ ਲੈ ਕੇ ਆਇਆ ਸੀ। ਕਿਆ ਲੈ ਜਾਵਸ, ਜਿੱਦਣ ਜਾਏਗਾ ਕੋਈ ਉਂਗਲੀ ਰੱਖ ਕੇ ਦੱਸ ਕਿਹੜੀ ਚੀਜ਼ ਹੈ ਜਿਹੜੀ ਲੈ ਕੇ ਜਾਏਗਾ, ਦੱਸ ਕਾਂ ਭਲਾ, ਇਸ਼ਾਰਾ ਕਰ। ਤੇ ਵੇਖੋ ਗੁਰਮੁਖੋ ਆ ਰਹੀ ਕੋਈ ਯਾਦ, ਕੁਝ ਵੀ ਨਹੀਂ ਲੈ ਕੇ ਜਾਵਾਂਗੇ, ਲੈ ਕੇ ਵੀ ਨਹੀਂ ਕੁਝ ਆਏ। ਤੇ ਜਿਹੜੇ ਜੀ ਗਏ ਉਹ ਵੀ ਖਾਲੀ ਹੱਥ ਗਏ ਨੇ। ਮਾਲਕ ਰੋਜ਼ ਖੇਡ ਖਿਡਾ ਰਹੇ ਨੇ, ਰਾਤ ਨੂੰ ਸਰੀਰ ਚੋਂ ਕੱਢਦੇ ਨੇ ਖਾਲੀ ਹੱਥ, ਕੁਝ ਨਹੀਂ ਲੈ ਕੇ ਜਾਂਦੇ। ਸਵੇਰੇ ਫੇਰ ਸਰੀਰ ਦੇ ਵਿੱਚ ਆ ਕੇ ਸਰੀਰ ਨਾਲ ਜੁੜੇ ਹੋਏ ਧੰਦਿਆਂ ਨੂੰ ਪਕੜ ਲੈਂਦੇ ਗੁਰਮੁਖੋ। ਤੇ ਸਤਿਗੁਰੂ ਜੀ ਕਹਿੰਦੇ ਕਿਆ ਲੈ ਆਵਸ, ਕਿਆ ਲੈ ਕੇ ਆਇਆ ਸੀ ਪਿਆਰਿਆ, ਕਿਆ ਲੈ ਜਾਵਸ, ਕਿਹੜੀ ਚੀਜ਼ ਲੈ ਕੇ ਜਾਏਗਾ। ਕਹਿੰਦੇ ਸੁਣ ਰਾਮ ਜਪੋ ਗੁਣਕਾਰੀ, ਇਹ ਵਾਹਿਗੁਰੂ ਵਾਹਿਗੁਰੂ ਬੋਲੇ ਹੀ ਗੁਣਾਂ ਦੀ ਕਾਰੀ ਆ। ਇਹੀ ਇੱਕ ਮੁੱਲ ਬਖਸ਼ਿਸ਼ ਆ, ਤੇਰੇ ਨਾਲ ਜਾਊਗੀ, ਸਦਾ ਹੀ ਤੇਰੇ ਨਾਲ ਰਹੂਗੀ। ਤੇ ਰਹੋ ਤੋਗੇ ਸਤਿਗੁਰੂ ਜੀ ਕਹਿੰਦੇ ਊਂਦੋ ਕਵਲ ਮਨ ਮੁਖ ਮਤ ਹੋਛੀ, ਮਨ ਅੰਧੇ ਸਿਰ ਧੰਦਾ। ਹੁਣ ਜੀ ਕੀ ਕਰਦੇ, ਆਂਢ ਗੁਆਂਢ ਵਹਿੰਦੇ ਦੁਨੀਆ ਨੂੰ ਵੇਖੀ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਨੂੰ ਕੀ ਦੇਖ ਰਹੇ ਹੋ, ਇਹਨਾਂ ਦੇ ਹਿਰਦੇ ਦੇ ਵਿੱਚ ਮਾਲਕ ਦੀ ਪ੍ਰੀਤ ਨਹੀਂ, ਨਾ ਇਹਨਾਂ ਨੂੰ ਗਿਆਨ ਹੀ ਆ। ਇਹਨਾਂ ਦੇ ਹਿਰਦੇ 'ਚ ਪ੍ਰੀਤ ਆ ਮਾਇਆ ਦੀ, ਇਹ ਮਨਮੁਖ ਨੇ, ਮਤ ਹੋਛੀ, ਇਹਨਾਂ ਦੀ ਮਤ ਬਹੁਤ ਥੋੜ੍ਹੀ ਆ। ਮਨ ਅੰਧੇ, ਮਨ ਤੋਂ ਹੀ ਅੰਧੇ ਨੇ, ਇਹਨਾਂ ਨੂੰ ਕੋਈ ਗਿਆਨ ਨਹੀਂ। ਸਿਰ ਧੰਦਾ, ਇਹਨਾਂ ਦੇ ਸਿਰਾਂ ਦੇ ਉੱਤੇ ਧੰਦਾ ਹੀ ਆ ਬਸ, ਧੰਦੇ ਤੋਂ ਸਿਵਾਏ ਇਹਨਾਂ ਨੂੰ ਕੁਝ ਨਹੀਂ ਯਾਦ। ਕਾਲ ਬਕਾਲ ਸਦਾ ਸਿਰ ਤੇਰੇ, ਬਿਨ ਨਾਵੇਂ ਗਲ ਫੰਦਾ। ਇਹ ਕਾਲ ਤੇਰੇ ਸਿਰ ਤੇ ਆ, ਬਕਾਲ ਵੀ ਜੰਮਣਾ ਮਰਨਾ, ਨਾਮ ਤੋਂ ਬਗੈਰ ਇਹ ਗਲ ਤੇਰੇ 'ਚ ਫੰਦਾ ਰਹੇਗਾ, ਟੁੱਟੇਗਾ ਨਹੀਂ। ਤੇ ਗੁਰਮੁਖੋ ਜੀ ਮੰਨਦਾ ਹੀ ਨਹੀਂ। ਇਹ ਵੇਖੋ ਜੂਨ 17 ਦੀ ਕਥਾ ਹੀ ਆ, ਜਿਹਦੇ 'ਚ ਸਤਿਗੁਰੂ ਜੀ ਪਹਿਲੇ ਪਾਤਸ਼ਾਹ ਜੀ ਨੇ ਦੱਸਿਆ ਸੀ 1-2 ਦਿਨ ਪਹਿਲਾਂ, ਕਾਲ ਜਾਲ ਜੀਵਾਂ ਰਨੈਣੀ, ਕਾਨੀ ਕਾਲ ਸੁਣੇ ਵਿਖ ਬੈਣੀ। 17 ਦੀ ਕਥਾ ਸੁਣੀ ਜੂਨ ਦੀ, ਕਿਸੇ ਨੇ ਹੱਥ ਖੜਾ ਕਰੋ ਜੂਨ 17 ਦੀ। ਤੁਹਾਨੂੰ ਮੇਰੀਆਂ ਭੈਣਾਂ ਗੁਰਮੁਖਾਂ 'ਚੋਂ ਨਹੀਂ, ਢਿੱਲਾ ਕੰਮ ਥੋੜ੍ਹੇ। 17 ਦੀ ਕਥਾ ਪਤਾ ਨਹੀਂ ਉਹ ਕਿੰਨੀ ਤਰੀਕ ਦੀ ਆ, 7, 8, 9 ਦੀ ਆ, ਹਾਂਜੀ 9 ਜੂਨ ਦੀ ਪਿਆਰਿਓ। ਸੁਣਿਓ, ਉਹਦੇ 'ਚ ਬਹੁਤ ਗਿਆਨ ਦਿੱਤਾ ਹੈ ਮਾਲਕ ਨੇ। ਵੇਖੋ ਵੀ ਕਿਸ ਤਰ੍ਹਾਂ ਅਸੀਂ ਮਨ ਦੇ ਅੰਧੇ ਹਾਂ, ਕੰਨਾਂ ਤੋਂ ਅੰਧੇ ਹਾਂ, ਨੇਤਰਾਂ ਤੋਂ ਅੰਧੇ ਹਾਂ। ਦਾਸ ਨੇ ਪਰਸੋਂ ਚੌਥ ਸੁਣੀ ਸੀ ਕਥਾ ਤੋਂ ਅਗਲੇ ਦਿਨ। ਤੇ ਗੁਰਮੁਖੋ ਵੇਖੋ ਮਾਲਕ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੋਈ ਸਾਈਡ ਦੇ ਉੱਤੇ, ਕਿੰਨਾ ਗਿਆਨ ਆ। ਇੱਕ ਬੇਨਤੀ ਇੱਥੇ ਹੀ ਕਰ ਦੇਵਾਂ, ਸਾਈਡ ਨੂੰ ਗੂਗਲ 'ਤੇ ਜਾ ਕੇ ਹੀ ਖੋਲ੍ਹੋ। ਜੇ ਕੋਈ ਐਪ ਜੀ ਚਲਾ ਰਹੇ ਨੇ ਤਾਂ ਉਹ ਗਲਤੀ ਕਰ ਰਹੇ ਨੇ, ਕਿਉਂਕਿ ਐਪ ਨੂੰ ਅਪਡੇਟ ਨਹੀਂ ਕੀਤਾ ਗਿਆ। ਉਹਦੇ ਅੰਦਰ ਸਾਰਾ ਕੁਝ ਹੀ ਪੁਰਾਣਾ ਆ ਸਿਸਟਮ। ਉਹਦੇ 'ਤੇ ਤੁਸੀਂ ਕਥਾ ਨਹੀਂ ਬਹੁਤੀ ਲੰਮੀ ਸੁਣੋਗੇ, ਕਦੀ ਬੰਦ ਹੋ ਜਾਏਗੀ, ਕਦੀ ਚੱਲੇਗੀ, ਠੀਕ ਆ। ਤੇ ਜੇ ਕੋਈ ਐਪ ਖੋਲ੍ਹ ਕੇ ਚਲਾ ਰਿਹਾ ਤਾਂ ਗਲਤੀ ਕਰ ਰਿਹਾ। ਗੂਗਲ ਕਰੋਮ 'ਤੇ ਜਾਓ, ਬਸ ਉੱਥੇ ਜਾ ਕੇ katha.in ਇਹਦੇ 'ਤੇ ਹੀ ਜਾਓ। ਐਪ ਨੂੰ ਮਤ ਖੋਲੋ, ਐਪ ਜਿਹੜੀ ਆ ਓਲਡ ਹੋ ਚੁੱਕੀ ਆ, ਚੱਲ ਰਹੀ ਹੈ ਵੈਸੇ, ਆਪੇ ਬੰਦ ਹੋ ਜੂਗੀ, ਉਹਨੂੰ ਅਪਡੇਟ ਨਹੀਂ ਕੀਤਾ ਗਿਆ। ਸਿਰਫ ਸਾਈਡ ਦੀ ਵਰਤੋਂ ਕਰੋ, ਬਹੁਤ ਹੀ ਲੇਟੈਸਟ ਆ ਸਾਈਡ, ਇੱਕ ਖਿੰਨ ਲੱਗਦਾ ਖੋਲ੍ਹਦੇ ਆ। ਅਤੇ ਜੇ ਆਪ ਬੰਦ ਹੋ ਰਹੀ ਚੱਲ ਰਹੀ ਹੈ ਤਾਂ ਤੁਸੀਂ ਐਪ ਖੋਲ੍ਹੀ ਹੋਈ ਆ, ਉਹ ਸਾਰੇ ਫੋਲਡਰ ਬੰਦ ਕਰੋ, ਪੇਜ ਬੰਦ ਕਰਕੇ ਗੂਗਲ ਕਰੋਮ 'ਤੇ ਜਾਓ ਅਤੇ ਗਿਆਨ ਨੂੰ ਪਕੜੋ। ਅਤੇ ਸਤਿਗੁਰੂ ਜੀ ਕਹਿੰਦੇ ਨੇ ਗਲ ਤੇਰੇ 'ਚ ਫੰਦਾ ਪਿਆ ਕਾਲ ਦਾ, ਡਗਰੀ ਚਾਲ ਨੇਤਰ ਫੁਨ ਅੰਧਲੇ, ਸ਼ਬਦ ਸੁਰਤ ਨਹੀਂ ਭਾਈ, ਸ਼ਾਸਤਰ ਵੇਦ ਤ੍ਰੈ ਗੁਣ ਮਾਇਆ, ਤ੍ਰੈ ਗੁਣ ਹੈ ਮਾਇਆ, ਅੰਧ ਲਿਓ ਧੰਦ ਕਮਾਈ।
ਵਡੇਪਾ ਆ ਗਿਆ, ਡਗਰੀ ਚਾਲ ਟੇਢਾ ਹੋ ਕੇ ਚੱਲਣਾ, ਨੇਤਰਾਂ 'ਚ ਨਜ਼ਰ ਘਟ ਗਈ ਹੈ ਤੇਰੇ। ਅਜੇ ਵੀ ਤੇਰੇ ਮਨ ਦੇ ਵਿੱਚ ਨਾਮ ਦੀ ਸੋਝੀ ਨਹੀਂ ਮਿਲੀ ਤੈਨੂੰ, ਤੇ ਗੁਰਬਾਣੀ ਤੂੰ ਪੜ੍ਹਦਾ ਆ, ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ, ਉਹਨੂੰ ਵੀ ਤੂੰ ਤ੍ਰੈ ਗੁਣਾਂ 'ਚ ਹੀ ਵੇਖਦਾ, ਮਾਇਆ 'ਚ ਹੀ ਵੇਖਦਾ ਹੈ। ਤੇ ਸਤਿਗੁਰੂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਵੀ ਬੇਨਤੀ ਇਹੋ ਕਰਦਾ ਹੈ, ਮੈਨੂੰ ਮਾਇਆ ਦੇ ਦਿਓ, ਮੈਨੂੰ ਧੰਦਾ ਦੇ ਦਿਓ, ਮੇਰੇ ਪੁੱਤ ਧੀਆਂ ਨੂੰ ਜ਼ਮੀਨ ਦੇ ਦਿਓ। ਅੰਧ ਲਿਓ ਅੰਧ ਕਮਾਈ, ਅਜੇ ਵੀ ਤੂੰ ਜੀ ਅੰਨਾ ਆ, ਤੈਨੂੰ ਚੌਥੇ ਪਦ ਦਾ ਗਿਆਨ ਨਹੀਂ ਹੈਗਾ। ਖੋਇਓ ਮੂਲ ਲਾਭ ਕਹਿ ਪਾਵਸ, ਦੁਰਮਤ ਗਿਆਨ ਵਹੂਣੇ। ਕਹਿੰਦੇ ਹੇ ਜੀਵ ਖੋਇਓ ਮੂਲ, ਇਹ ਮੂਲ ਹੀ ਤੇਰਾ ਖਤਮ ਹੋ ਗਿਆ, ਲਾਭ ਕਿੱਥੋਂ ਲਏਗਾ? ਕਹਿੰਦੇ ਨਹੀਂ ਕਾਰੋਬਾਰ ਕਿੱਥੋਂ ਚੱਲੇਗਾ, ਮੂਲ ਤੇ ਖਤਮ ਹੋ ਗਿਆ, ਸਵਾਸ ਤੇਰੇ ਖਤਮ ਹੋ ਗਏ, ਵਡੇਪਾ ਆ ਗਿਆ। ਲਾਭ ਕਹਿ ਪਾਵਸ, ਤੇ ਜਦੋਂ ਮੂਲ ਨਹੀਂ ਹੈਗਾ ਲਾਭ ਕਿਵੇਂ ਪਾਵੇਂਗਾ? ਦੁਰਮਤ ਗਿਆਨ ਵਹੂਣੇ, ਖੋਟੀ ਮਾਤਿਆ ਤੇਰੇ ਅੰਦਰ। ਹੇ ਮਾਨਸ ਜਨਮ ਦੇ ਜੀਵ, ਸ਼ਬਦ ਵਿਚਾਰ, ਸਮਾਪਤੀ ਦੇ ਉੱਤੇ ਫਿਰ ਸਮਝਾ ਰਹੇ ਨੇ, ਕਹਿੰਦੇ ਸ਼ਬਦ ਵਿਚਾਰ, ਨਾਮ ਦਾ ਵਿਚਾਰ ਕਰ, ਰਾਮ ਰਸ ਚਾਖਿਆ, ਨਾਨਕ ਸੱਚ ਪਤੀਨੇ। ਤੇ ਜਿਨ੍ਹਾਂ ਨੇ ਸ਼ਬਦ ਦਾ ਵਿਚਾਰ ਕੀਤਾ, ਸ਼ਰਧਾ ਤੇ ਪ੍ਰੀਤ ਨਾਲ ਵਾਹਿਗੁਰੂ ਵਾਹਿਗੁਰੂ ਬੋਲਿਆ, ਚੌਥੇ ਪਦ ਦਾ ਗਿਆਨ ਸੁਣਿਆ, ਨਾਨਕ ਸੱਚ ਪਤੀਨੇ, ਉਹਨਾਂ ਦਾ ਮਨ ਸੱਚ ਦੇ ਵਿੱਚ, ਮਾਲਕ ਦੀ ਪ੍ਰੀਤ ਦੇ ਵਿੱਚ ਸਦਾ ਸਦਾ ਲਈ ਲੀਨ ਹੋ ਗਿਆ। ਕਿਹਨਾਂ ਦੀ? ਜਿਨ੍ਹਾਂ ਨੇ ਸ਼ਬਦ ਵਿਚਾਰ ਰਾਮ ਰਸ ਚਾਕਿਆ। ਸਿਮਰਨ ਤੇ ਗਿਆਨ, ਤਰਲਾ ਮਾਲਕ ਦੇ ਅੱਗੇ, ਸੰਗਤ ਸ਼ੁਰੂ ਹੋਣ ਤੋਂ ਪਹਿਲਾਂ ਵਿੱਚ ਵੀ ਵਾਰ-ਵਾਰ ਅੰਦਰ ਖਾਤੇ ਹੀ ਮਾਲਕ ਦੇ ਅੱਗੇ ਬੇਨਤੀ। ਇਹ ਮਨ ਕਠੋਰ ਆ, ਦੂਤਾਂ ਦੀ ਸੰਗਤ ਨਹੀਂ ਛੱਡ ਰਿਹਾ, ਤੁਹਾਡੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਚਲੇ ਜਾਵੇ। ਦਇਆ ਕਰੋ, ਮਿਹਰ ਕਰੋ। ਔਗਣਾਂ ਨਾਲ ਭਰੇ ਆ, ਕੋਈ ਵੀ ਗੁਣ ਨਹੀਂ ਹੈਗਾ, ਕੋਈ ਮੱਤ ਬੁੱਧ ਸਿਆਣਪ ਨਹੀਂ। ਇਹ ਜਿਸ ਤਰ੍ਹਾਂ ਤੁਸੀਂ ਚਲਾ ਰਹੇ ਹੋ ਚੱਲ ਰਹੇ, ਅਤੇ ਗੁਰਮੁਖੋ ਵਾਰ-ਵਾਰ ਤਰਲਾ ਮਾਰ ਕੇ ਕਾਮਯਾਬ ਹੋਣਾ ਹੁੰਦਾ ਸਿਮਰਨ ਦੇ। ਭਾਵੇਂ ਸਿਮਰਨ ਦੀ ਸਮਾਪਤੀ ਦੇ ਉੱਤੇ ਜਾ ਕੇ ਹੀ ਤੁਹਾਡੀ ਜਿੱਤ ਹੋ ਜਾਵੇ, ਤੁਸੀਂ ਸਫਲ ਹੋ। ਲਗਾਤਾਰ ਕੋਸ਼ਿਸ਼ ਕਰਨੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।